Kashmir is an integral part of India. And it also meant claims on what Pakistan had in its possession, ਕਿ ਪਾਕਿਸਤਾਨ ਵਾਲਾ ਕਸ਼ਮੀਰ ਵੀ ਉਹਨਾਂ ਦਾ ਇੰਟੈਗਰਲ ਪਾਰਟ ਹੈ, ਕਿਉਂਕਿ ਸਪੈਸ਼ਲ ਸਟੇਟਸ ਦਾ ਮਤਲਬ ਕੀ ਹੈ? ਜੇ ਤੁਸੀਂ ਟੈਂਪਰੇਰੀ ਹੈਗਾ ਸਪੈਸ਼ਲ ਸਟੇਟਸ ਔਰ ਅਲਟੀਮੇਟ ਇੰਟੀਗ੍ਰੇਸ਼ਨ ਹੈ, ਤੇ ਉਹ ਕਦੋਂ ਹੋਣੀ ਹੈ ਫਿਰ? ਜੀ ਠੀਕ ਹੈ। ਇਸ ਕਮਜ਼ੋਰੀ ਨੂੰ ਲੈ ਕੇ ਜਨ ਸੰਘ ਤੇ ਉਹਦੇ ਬਾਅਦ ਬੀਜੇਪੀ ਨੇ ਆਪਣੀ ਸਿਆਸਤ ਕੀਤੀ ਜੀ ਕਿ ਬਈ ਇਹ ਸਪੈਸ਼ਲ ਸਟੇਟਸ ਖਤਮ ਕਰੋ ਔਰ ਜਿਹੜਾ ਕਸ਼ਮੀਰ ਹੈ ਉਹ ਬਾਕੀ ਸਟੇਟਸ ਜਿਹੜੀਆਂ ਇੰਡੀਆ ਦੇ ਨੇ ਉਹਦੇ ਮੁਤਾਬਿਕ ਹੀ ਇੰਡੀਆ ਦਾ ਇੰਟੀਗ੍ਰੇਟਿਡ ਹਿੱਸਾ ਬਣ ਜਾਏ। ਤੇ ਬੀਜੇਪੀ ਬੇਸ਼ੱਕ ਰਾਈਟ ਵਿੰਗ ਮੈਜੋਰਿਟੇਰੀਅਨ ਹਿੰਦੂਇਜ਼ਮ ਨੂੰ ਰੈਪਰੈਜ਼ੈਂਟ ਕਰਦੀ ਹੈ, ਲੇਕਿਨ ਉਹ ਮੈਂਡੇਟ ਲੈ ਕੇ ਆਏ ਨੇ ਬਈ ਹੁਣ ਮੈਂਡੇਟ ਜਦੋਂ ਮਿਲ ਜਾਂਦਾ ਹੈ ਤੇ ਉਹ ਪਾਰਟੀ ਫਿਰ ਉਸ ਨੂੰ ਇੰਪਲੀਮੈਂਟ ਵੀ ਕਰਦੀ ਹੈ, ਵੈਦਰ ਯੂ ਲਾਈਕ ਇਟ ਔਰ ਨਾਟ। ਹੁਣ ਤੁਹਾਡੇ ਸੁਪਰੀਮ ਕੋਰਟ ਵਿੱਚ ਇਹ ਕੇਸ ਹੈਗਾ, ਜਦੋਂ ਤੱਕ ਉਹਦੀ ਜਜਮੈਂਟ ਨਾ ਆ ਜਾਏ ਵੀ ਕਾਂਟ ਸੇ ਮਚ, ਲੇਕਿਨ ਉਹ ਹੋਇਆ ਉਹਨੂੰ ਅਸੀਂ ਬੈਲੈਂਸ ਨਾਲ ਦੇਖਣਾ ਹੈ। ਲਿਹਾਜ਼ਾ ਉਹ ਯਾਨੀ ਬਾਹਰੋਂ ਕੋਈ ਆ ਕੇ ਇਨਵੈਸਟ ਨਹੀਂ ਕਰ ਰਿਹਾ ਤੇ ਕਸ਼ਮੀਰ ਡਿਵੈਲਪ ਕਿੱਥੋਂ ਕਰਨਾ ਹੈ? ਇੰਡੀਅਨ ਸਬਸਿਡੀਜ਼ ਨਾਲ ਹੀ ਤੇ ਸਾਰਾ ਕਸ਼ਮੀਰ ਚਲਾ ਰਹੇ ਸਨ। ਹਾਂ ਬਿਲਕੁਲ, ਇਹ ਵੀ ਤੁਸੀਂ ਬੜਾ ਅੱਛਾ ਮੈਂਸ਼ਨ ਕੀਤਾ। ਜੇ ਕੋਈ ਕਸ਼ਮੀਰੀ ਔਰਤ ਜੀ ਉਹ ਕਿਸੇ ਨੌਨ ਕਸ਼ਮੀਰੀ ਨਾਲ ਵਿਆਹ ਕਰ ਲੈਂਦੀ ਹੈ ਜੀ ਤੇ ਉਹਦੇ ਜਿਹੜੇ ਪ੍ਰਾਪਰਟੀ ਰਾਈਟਸ ਨੇ ਕਸ਼ਮੀਰ ਵਿੱਚ ਉਹ ਜ਼ੀਰੋ ਹੋ ਜਾਂਦੇ ਨੇ। ਔਰ ਸਭ ਤੋਂ ਵੱਡਾ ਐਗਜ਼ਾਮਪਲ ਹੈ ਕਿ ਫਾਰੂਕ ਅਬਦੁੱਲਾ ਦੀ ਬੇਟੀ ਨੇ ਰਾਜੇਸ਼ ਪਾਇਲਟ ਦੇ ਮੁੰਡੇ ਨਾਲ ਜਦੋਂ ਵਿਆਹ ਕੀਤਾ ਤੇ ਇਹ ਲਾਅ ਉੱਥੇ ਵੀ ਅਪਲਾਈ ਹੋ ਗਿਆ ਜੀ। women are at a disadvantage, not Kashmiri men। ਮੈਂ ਇਹੋ ਜਿਹੇ ਲੈਫਟ ਤੋਂ ਬਹੁਤ ਤੰਗ ਹੈਗਾ ਜਿਨ੍ਹਾਂ ਨੇ ਇਸ ਕਿਸਮ ਦੀ ਸਟੈਂਡਸ ਲਏ ਨੇ। ਮੈਂ ਆਈ ਬਲੀਵ ਇਨ ਡੈਮੋਕ੍ਰੇਸੀ, ਆਈ ਬਲੀਵ ਇਨ ਇਕੁਆਲਿਟੀ, ਆਈ ਬਲੀਵ ਇਨ ਜੈਂਡਰ ਇਕੁਆਲਿਟੀ ਜੀ। ਹੁਣ ਜੇ ਬੀਜੇਪੀ ਲੈ ਕੇ ਆ ਰਹੀ ਹੈ ਮਸਲਨ ਯੂਨੀਫਾਰਮ ਸਿਵਲ ਕੋਡ ਦੇ, ਮੈਂ ਬਹੁਤ ਹੱਕ 'ਚ ਹਾਂ ਜੀ, ਜਿਹੜਾ ਕਿ ਮੁਸਲਮਾਨਾਂ ਨੂੰ ਅਵੇਲੇਬਲ ਨਹੀਂ ਹੈ, ਬਾਕੀ ਸਭ ਨੂੰ ਹੈ। ਉਹਦੇ ਨਾਲ ਕੌਣ ਜ਼ਿਆਦਾ ਹਰਟ ਹੁੰਦੇ ਨੇ? ਮੁਸਲਮਾਨ ਹਰਟ ਹੁੰਦੇ ਨੇ, ਖਾਸ ਤੌਰ ਤੇ ਮੁਸਲਿਮ ਵਿਮਨ ਜੀ 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 ਬਿਲਕੁਲ। ਲਿਹਾਜ਼ਾ ਲੈਫਟ ਦੀ ਸਿਆਸਤ ਜਿਹੜੀ ਹੈ ਉਹ ਉਹਨਾਂ ਨੂੰ ਪੁੱਛੋ ਤੇ ਉਹ ਕੋਈ ਜਸਟੀਫਿਕੇਸ਼ਨ ਦੇਣਗੇ ਨਾ। ਮੈਨੂੰ ਇਟ ਮੇਕਸ ਨੋ ਸੈਂਸ ਟੂ ਮੀ। ਡੀ ਡਾਇਲੋਗ ਟਾਈਮ ਦੇਖ ਰਹੇ ਸਾਰੇ ਹੀ ਵਿਊਅਰ ਦਾ ਸਵਾਗਤ ਹੈ। ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਵਿਸ਼ਾ ਭਾਰਤ ਦੇ ਨਾਲ ਜੁੜਿਆ ਹੋਇਆ ਹੈ ਤੇ ਨਾਲ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਨਾਲ ਵੀ ਜੁੜਿਆ ਹੋਇਆ ਹੈ, ਕਿਉਂਕਿ ਉਹ ਇੱਕ ਐਸਾ ਇਲਾਕਾ ਹੈ ਜਿਹੜਾ ਜਿਸ ਨੂੰ ਭਾਰਤ ਆਪਣਾ ਨਿਖੜਵਾਂ ਅੰਗ ਸਮਝਦਾ ਹੈ ਤੇ ਸਾਡਾ ਗੁਆਂਢੀ ਦੇਸ਼ ਉਸ ਨੂੰ ਆਪਣਾ ਸ਼ਾਹਰਗ ਸਮਝਦਾ ਹੈ। ਉਹ ਉੱਥੇ ਇੱਕ ਐਸੀਆਂ ਨਵੀਆਂ ਧਾਰਾਵਾਂ ਜਦੋਂ ਸਾਡੇ ਕਨਸਟੀਟਿਊਸ਼ਨ ਬਣ ਰਿਹਾ ਸੀ ਉਹਦੇ ਵਿੱਚ ਜੋੜ ਦਿੱਤੀਆਂ ਗਈਆਂ ਜਿਹੜੀਆਂ ਕਿ ਬਾਕੀ ਦੇਸ਼ ਨੂੰ ਉਸ ਨਾਲੋਂ ਇੱਕ ਅਲੱਗ ਤਰੀਕੇ ਦੇ ਉਹਨਾਂ ਨੂੰ ਅਖਤਿਆਰ ਮਿਲੇ ਹੋਏ ਸਨ, ਇੱਕ ਅਲੱਗ ਕਿਸਮ ਦੀ ਉਹਨਾਂ ਨੂੰ ਮੁਖਤਿਆਰੀ ਮਿਲੀ ਹੋਈ ਸੀ, ਸਹਿਮੀ ਮੁਖਤਿਆਰੀ ਜਿਵੇਂ ਕਹਾਂ ਮਿਲੀ ਹੋਈ ਸੀ, ਜਿਸ ਕਰਕੇ ਬਾਕੀ ਦੇਸ਼ ਦੇ ਕੁਛ ਤਬਕਾ ਜਿਹੜਾ, ਜੇ ਮੈਂ ਕਹਿਣਾ ਚਾਹਾਂ ਕਿ ਜਨਸੰਘ ਤੇ ਜਾਂ ਉਸ ਤੋਂ ਬਾਅਦ ਬੀਜੇਪੀ ਇਸ ਦੇ ਨਾਲ ਰਿਲੇਟਡ ਜਿਹੜਾ ਰਾਈਟ ਵਿੰਗ ਸੀ ਭਾਰਤ ਦਾ, ਉਹ ਹਮੇਸ਼ਾ ਹੀ ਆਰਟੀਕਲ 370 ਦੇ ਅਗੇਂਸਟ ਸੀ। ਤੇ ਇਸੇ ਲਈ ਹੀ ਉਹਨਾਂ ਦੇ ਜੋ ਜਨਸੰਘ ਦੇ ਉਸ ਵੇਲੇ ਦੇ ਨੇਤਾ ਸਨ ਮੁਖਰਜੀ, ਉਹ ਉਸ ਵੇਲੇ ਉਹਨਾਂ ਨੇ ਯਾਤਰਾ ਕੀਤੀ ਕਸ਼ਮੀਰ ਦੀ ਤੇ ਉੱਥੇ ਜਾ ਕੇ ਉਹਨਾਂ ਦਾ ਦੇਹਾਂਤ ਹੋਇਆ। ਤੇ ਇਹ ਜਿਹੜਾ ਵਿਸ਼ਾ ਹੈ ਧਾਰਾ 370 ਅਸੀਂ ਅੱਜ ਇਸ ਕਰਕੇ ਵੀ ਡਿਸਕਸ ਕਰਨ ਜਾ ਰਹੇ ਹਾਂ ਕਿਉਂਕਿ 2 ਸਾਲ ਹੋਣ ਜਾ ਰਹੇ ਨੇ 5 ਅਗਸਤ ਨੂੰ ਇਸ ਧਾਰਾ ਨੂੰ ਅਬੋਲਿਸ਼ ਕੀਤਿਆਂ ਹੋਇਆ। ਤੇ ਇਸ ਵਿਸ਼ੇ ਤੇ ਸਾਡੇ ਨਾਲ ਗੱਲ ਕਰਨ ਦੇ ਲਈ ਅੱਜ ਡਾਕਟਰ ਇਸ਼ਤਿਆਕ ਅਹਿਮਦ ਸਾਹਿਬ ਜੀ ਸਾਡੇ ਨਾਲ ਨੇ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ। ਬੜੀ ਮਿਹਰਬਾਨੀ, ਸ਼ੁਕਰੀਆ ਅਮਰਿੰਦਰ। ਡਾਕਟਰ ਸਾਹਿਬ ਜਿਹੜਾ ਇਹ ਵਿਸ਼ਾ ਹੈ 370 ਦਾ ਤੇ ਨਾਲ 35A, ਤੁਸੀਂ ਇਹਦੇ ਬਾਰੇ ਜੇ ਤੁਸੀਂ ਥੋੜੀ ਜਿਹੀ ਇਹਦਾ ਜਿਹੜਾ ਪੁਰਾਣੀ ਕੋਈ ਇਤਿਹਾਸ ਹੈ ਉਹ ਸਾਡੇ ਨਾਲ ਪਲੀਜ਼ ਸਾਡੇ ਨਾਲ ਸਾਂਝਾ ਕਰੋ। ਦੇਖੋ ਜੀ, ਜ਼ਰਾ ਪਾਰਟੀਸ਼ਨ ਤੋਂ ਪਹਿਲੇ ਪਿੱਛੇ ਜਾਣਾ ਪਏਗਾ ਜੀ। 1927 ਦੇ ਵਿੱਚ ਮਹਾਰਾਜਾ ਕਸ਼ਮੀਰ ਨੇ ਲਾਅ ਪਾਸ ਕਰਤੀ ਕਿ ਸਿਰਫ ਜਿਹੜੇ ਪਰਮਨੈਂਟ ਰੈਜ਼ੀਡੈਂਟ ਨੇ ਕਸ਼ਮੀਰ ਦੇ ਉਹ ਹੀ ਇੱਥੇ ਪ੍ਰਾਪਰਟੀ ਖਰੀਦ ਸਕਦੇ ਨੇ ਔਰ ਨੌਕਰੀਆਂ ਵੀ ਉਹਨਾਂ ਕੋਲ ਹੀ ਪਰਮਨੈਂਟ ਹੋ ਸਕਦੀਆਂ ਨੇ। ਠੀਕ ਹੈ ਜੀ ਜੀ। ਇਹ ਇਸ ਵਾਸਤੇ ਕੀਤੀ ਗਈ ਸੀ ਕਿ ਉਸ ਜ਼ਮਾਨੇ 'ਚ ਉਹਨਾਂ ਨੂੰ ਡਰ ਸੀ ਕਿ ਅੰਗਰੇਜ਼ ਜਿਹੜੇ ਨੇ ਉਹਨਾਂ ਨੂੰ ਕਸ਼ਮੀਰ ਦਾ ਬੜਾ ਸੋਹਣਾ
ਜਿਹੋ ਜਿਹਾ ਉਹਨਾਂ ਦਾ ਵੈਦਰ ਹੈ, ਕਲਾਈਮੇਟ ਹੈ, ਉਹ ਸੂਟ ਕਰਦਾ ਹੈ ਯੂਰੋਪੀਅਨਸ ਨੂੰ, ਤੇ ਉਹ ਇੱਥੇ ਪ੍ਰਾਪਰਟੀਆਂ ਨਾ ਖਰੀਦ ਲੈਣ। ਜੀ, ਜੀ। ਜੀ, ਜੀ, ਬਾਅਦ ਵਿੱਚ ਫਿਰ 1944 ਵਿੱਚ ਇਸ ਦੇ ਜੀ, ਉੱਤੇ ਮਜ਼ੀਦ ਕੰਮ ਹੋਇਆ। ਜੀ, ਬਾਅਦ ਵਿੱਚ ਫਿਰ ਕਸ਼ਮੀਰ ਤੇ ਝਗੜੇ ਦਾ ਤੁਸੀਂ ਖੁਦ ਹੀ ਜ਼ਿਕਰ ਕਰਤਾ ਹੈ। ਜੀ, ਪਾਕਿਸਤਾਨ ਨੇ ਆਪਣੇ ਮੁਜਾਹਿਦੀਨ ਭੇਜੇ, ਜੀ, ਇੰਡੀਆ ਨੇ ਕਿਹਾ ਕਿ ਜੇ ਤੁਸੀਂ ਸਾਡੀ ਮਦਦ ਲੈਣੀ ਹੈ ਮਹਾਰਾਜਾ ਨੂੰ, ਜੀ। ਤੇ ਯੂ ਸਾਈਨ ਦਾ ਐਕਸੈਸ਼ਨ ਬਿੱਲ। ਅੱਛਾ, ਐਕਸੈਸ਼ਨ ਬਿੱਲ ਜਿਹੜਾ ਸੀ ਉਹ ਇੰਸਟਰੂਮੈਂਟ ਆਫ ਸੈਕਸੈਸ਼ਨ। ਹਾਂ, ਇੰਸਟਰੂਮੈਂਟ ਆਫ ਸੈਕਸ਼ਨ। ਐਕਸੈਸ਼ਨ, ਕੁਆਈਟ ਜੀ, ਰਾਈਟ, ਦੈਟਸ ਵਾਟ ਆਈ ਮੀਨ। ਜੀ। ਸੋ ਉਹ ਇੰਸਟਰੂਮੈਂਟਸ ਦੇ ਵਿੱਚ ਸੀ ਕਿ ਇਟ ਵਿਲ ਬੀ ਅ ਟੈਂਪਰੇਰੀ ਯੈਸ, ਐਕਸੈਸ਼ਨ। ਯੈਸ। ਹਾਂ, ਔਰ ਉਹਦੇ ਬਾਅਦ agreement ਹੋਈ। शेख अब्दुल्ला was ਚੀਫ ਮਿਨਿਸਟਰ ਆਫ ਜੰਮੂ ਐਂਡ ਕਸ਼ਮੀਰ ਪ੍ਰਾਈਮ ਸਟੇਟ, ਮਿਨਿਸਟਰ। ਜਿਹੜਾ ਜੀ, ਇੰਡੀਆ ਦੇ ਕੋਲ ਸੀ, ਠੀਕ ਹੈ। ਜੀ, ਜੀ, ਉਹ ਹੋਇਆ ਇਹ ਵਾਲਾ, ਮਹਾਰਾਜਾ ਨੇ ਇਨਕਲੂਡ ਕਰਾਇਆ ਆਪਣੇ ਉਹਦੇ ਵਿੱਚ, ਜਿਹੜੀ ਜੀ, ਕਨਸਟੀਟਿਊਸ਼ਨਲ ਇੰਡੀਆ ਦੀ ਕਨਸਟੀਟਿਊਸ਼ਨ ਵਿੱਚ ਜੀ, 35A। ਜੀ, 35A ਦਾ ਮਤਲਬ ਇਹ ਵੇ ਕਿ ਜੀ, only the permanent residents of Kashmir can own property and become citizens of the Kashmir state. ਜੀ, ਜੀ, ਬਾਕੀ ਲੋਕ ਬਾਹਰੋਂ ਡੈਪੂਟੇਸ਼ਨ ਤੇ ਆਣ ਜਾਂ ਵਟਐਵਰ ਪਰਮਨੈਂਟ, ਉਹਨਾਂ ਨੂੰ ਵੀ ਜੌਬ ਨਹੀਂ ਮਿਲ ਸਕਦਾ। ਇਹਦੇ ਨਾਲ ਜਾਣੀ ਕਿ ਕਸ਼ਮੀਰੀਆਂ ਨੂੰ ਕੀ ਵੱਡੇ ਫਾਇਦੇ ਹੁੰਦੇ ਸੀਗੇ 370 ਦੇ? ਦੇਖੋ ਜੀ, ਕਸ਼ਮੀਰੀਆਂ ਨੂੰ ਫਾਇਦੇ ਜਿਹੜੇ ਹੋਏ ਸਨ, ਔਰ ਬਾਕੀ ਨਾਨ ਕਸ਼ਮੀਰੀ ਨੂੰ ਜਿਹੜਾ ਨੁਕਸਾਨ ਹੋਇਆ ਸੀ ਉਹਦਾ ਵੀ ਜ਼ਿਕਰ ਕਰ ਲੈ ਰਹੇ ਹਾਂ। ਜੀ, ਜੀ, ਬਿਲਕੁਲ। ਫਾਇਦਾ ਇਹ ਹੋਇਆ ਕਿ ਮਹਾਰਾਜਾ ਇਹ ਹੀ ਚਾਹੁੰਦਾ ਸੀ ਕਿ ਨਾਨ ਕਸ਼ਮੀਰੀ ਇੱਥੇ ਆ ਕੇ ਮੈਜੋਰਿਟੀ ਨਾ ਬਣ ਜਾਣ, ਔਰ ਜੀ, ਉਹ ਜਿਹੜੀ ਉਹਨਾਂ ਦੀ ਸਟੇਟ ਹੈ ਉਹ ਉਸੇ ਤਰੀਕੇ ਨਾਲ, ਕਿਸੇ ਤਰੀਕੇ ਨਾਲ ਉਹਨਾਂ ਦਾ ਉੱਥੇ ਹੋਲਡ ਰਵੇ, ਠੀਕ ਹੈ। ਜੀ, 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 ਇਹਦਾ ਫਾਇਦਾ ਤੁਸੀਂ ਕਹਿ ਸਕਦੇ ਹੋ ਕਸ਼ਮੀਰੀ ਮੁਸਲਮਾਨਾਂ ਨੂੰ ਵੀ ਹੋਇਆ। ਸ਼ੇਖ ਅਬਦੁੱਲਾ ਲੋਕ ਵੀ ਜਿਹੜੇ ਸਨ ਇਹਦੇ ਨਾਲ ਐਗਰੀਡ ਸਨ, ਬਿਕੋਜ਼ ਜੀ, ਕਸ਼ਮੀਰੀ ਤੇ ਜ਼ਿਆਦਾ ਵੱਡੀ ਪੋਪੂਲੇਸ਼ਨ ਨਹੀਂ ਹੈ, ਔਰ ਕਸ਼ਮੀਰ ਬੜਾ ਅਟਰੈਕਟਿਵ ਹੈ ਬਾਕੀ ਲੋਕਾਂ ਲਈ। ਬਿਲਕੁਲ। ਤੇ ਜੇ ਬਾਕੀ ਹਿੰਦੁਸਤਾਨ ਤੋਂ ਲੋਕ ਆ ਕੇ ਉੱਥੇ ਸੈਟਲ ਹੋ ਜਾਂਦੇ, ਜੀ, ਤੇ ਅਕਸਰ ਇਹੋ ਜਿਹੇ ਲੋਕਾਂ ਨੂੰ ਡਰ ਹੁੰਦਾ ਕਿ ਅਸੀਂ ਮਿਨੋਰਿਟੀ ਨਾ ਬਣ ਜਾਈਏ ਇੱਥੇ। ਜੀ, ਜੀ, ਖੂਬਸੂਰਤ ਹੈ ਸੋ ਜੀ। ਦ ਕਸ਼ਮੀਰੀਜ਼, ਮਹਾਰਾਜਾ, ਜੰਮੂ ਪਲੱਸ ਦ ਵੈਲੀ ਪੀਪਲ, ਦੇ ਆਲ ਫੈਲਟ ਕਿ ਇਹ ਇੱਕ ਐਸਾ ਲਾਅ ਹੈ ਜਿਹੜਾ ਉਹਨਾਂ ਦੇ ਹੱਕ 'ਚ ਹੈ। ਲੇਕਿਨ ਜੀ, ਹੋਇਆ ਇਹ ਸੀ ਕਿ ਪਾਰਟੀਸ਼ਨ ਦੇ ਬਾਅਦ ਕਈ ਆਪਣਾ ਹਜ਼ਾਰ ਹਿੰਦੂ ਔਰ ਸਿੱਖ ਜਿਹੜੇ ਨੇ, ਜਿਹੜੇ ਪੰਜਾਬ ਤੋਂ ਲੁੱਟ ਕੇ ਤੇ ਬਾਕੀ ਕਸ਼ਮੀਰ ਦੇ ਇਲਾਕਿਆਂ ਤੋਂ ਜੀ, ਜਿਹੜਾ ਪਾਕਿਸਤਾਨ ਵਿੱਚ ਆ ਗਿਆ ਸੀ, ਉੱਥੋਂ ਜੀ, ਭੱਜ ਕੇ ਜਿਹੜੇ ਆਏ, ਜੀ, ਉਹਨਾਂ ਨੂੰ ਵੀ ਇਹਨਾਂ ਨੇ ਆਪਣਾ ਪਰਮਨੈਂਟ, ਉਹ ਕੀ ਰੈਜ਼ੀਡੈਂਟ, ਕਹਿੰਦੇ ਨੇ, ਸਿਟੀਜ਼ਨਸ਼ਿਪ ਪਰਮਨੈਂਟ ਨਹੀਂ ਰੈਜ਼ੀਡੈਂਟ। ਦਿੱਤੀ। ਜੀ, ਹਾਂ, ਪਰਮਨੈਂਟ ਰੈਜ਼ੀਡੈਂਟਸ਼ਿਪ ਨਹੀਂ ਦਿੱਤੀ, ਠੀਕ ਹੈ। ਜੀ, ਜੀ, ਲਿਹਾਜ਼ਾ ਇਹ ਸਟੈਂਡ ਸਟਿਲ ਸੀ। ਉਹਦੇ ਜੀ, ਬਾਅਦ 1951 ਦਾ ਇਲੈਕਸ਼ਨ ਹੋਇਆ। ਇਲੈਕਸ਼ਨ ਦੇ ਵਿੱਚ ਇੰਡੀਅਨ ਗਵਰਨਮੈਂਟ ਨੇ ਕਿਹਾ ਕਿ ਜੀ ਹੁਣ ਤੇ ਅਸੀਂ ਕਸ਼ਮੀਰ ਅਸੈਂਬਲੀ ਵੀ ਆਪਣਾ ਇਲੈਕਟ ਕਰਾ ਲਈ ਹੈ, ਲਿਹਾਜ਼ਾ ਜੀ, ਇਹ ਕਸ਼ਮੀਰ ਅਟੂਟ ਟੰਗ ਹੈ ਜੀ, ਇੰਡੀਆ ਦਾ। ਜੀ, ਔਰ ਸ਼ੇਖ ਅਬਦੁੱਲਾ ਨੂੰ ਇਹ ਐਗਰੀ ਕਰਨਾ ਪਿਆ ਕਿ ਪਰਮਨੈਂਟ ਜਦੋਂ ਤੱਕ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਹੀ ਲਾਜ਼ ਚੱਲਣਗੀਆਂ, ਬਟ ਫਿਊਚਰ ਵਿੱਚ ਕਸ਼ਮੀਰ ਵਿਲ ਬੀ ਅ ਪਾਰਟ ਆਫ ਇੰਡੀਆ। ਇਸ ਕਿਸਮ ਦੀ ਕੋਈ ਗੱਲ ਸੀ। ਜੀ, ਬਿਲਕੁਲ, ਬਿਲਕੁਲ। ਐਕਚੁਅਲੀ ਜਿਹੜਾ ਭਾਰਤ ਦਾ ਕਨਸਟੀਟਿਊਸ਼ਨ ਸੀਗਾ 370, ਜੀ, ਉਹਦੇ ਵਿੱਚ ਵੀ ਯਾਨੀ ਕਿ ਉਹਦਾ ਪਹਿਲਾ ਕਲੌਜ਼ ਇਹੀ ਹੈ ਕਿ ਕਸ਼ਮੀਰ ਇਜ਼ ਅ ਇੰਟੀਗਰਲ ਪਾਰਟ ਆਫ ਇੰਡੀਆ। ਈਵਨ ਕਿ ਜੋ ਜਿਹੜਾ ਕਸ਼ਮੀਰ ਦਾ ਜਿਹੜਾ ਸਪੈਸ਼ਲ ਸਟੇਟਸ, ਹਾਂਜੀ, ਸਪੈਸ਼ਲ ਸਟੇਟਸ। ਸਪੈਸ਼ਲ ਸਟੇਟਸ ਹਾਂ, ਦੇ ਨਾਲ, ਹਾਂਜੀ, ਬਿਲਕੁਲ ਸਪੈਸ਼ਲ ਸਟੇਟਸ ਹਾਂ, ਨਾਲ, ਪਰ ਉਹ ਟੈਂਪਰੇਰੀ ਵਰਡ ਤੋਂ ਸ਼ੁਰੂ ਹੁੰਦਾ। 370 ਹਾਂ, ਸਟਾਰਟਿੰਗ ਫਰੋਮ ਐਗਜ਼ੈਕਟਲੀ। ਉਹ ਮੈਂ ਟੈਂਪਰੇਰੀ। ਪੜ੍ਹਿਆ ਦਾ, ਟੈਂਪਰੇਰੀ ਤੇ ਜੀ, ਹੈ, ਟੈਂਪਰੇਰੀ ਹੈ ਕਿ ਜੀ, ਉਹ ਜਦੋਂ ਤੱਕ ਸੈਟਲ ਨਹੀਂ ਹੁੰਦਾ ਉਦੋਂ ਤੱਕ ਇਸ ਤਰ੍ਹਾਂ ਹੈ, ਬਟ ਜੀ, ਕਸ਼ਮੀਰ ਇਜ਼ ਐਨ ਇੰਟੈਗਰਲ ਪਾਰਟ ਆਫ ਇੰਡੀਆ। ਐਂਡ ਇਟ ਆਲਸੋ ਮੈਂਟ claims on what Pakistan had in its possession, ਕਿ ਪਾਕਿਸਤਾਨ ਵਾਲਾ ਕਸ਼ਮੀਰ ਵੀ ਉਹਨਾਂ ਦਾ ਇੰਟੈਗਰਲ ਪਾਰਟ ਹੈ ਜੀ, ਬਿਲਕੁਲ, ਇੰਡੀਆ ਦਾ, ਬਿਲਕੁਲ। ਠੀਕ ਹੈ ਇੰਡੀਅਨ ਨਾ, ਜੀ, ਇਸ ਕਿਸਮ ਦੀ। ਜੀ, ਜੀ। 1954 ਵਿੱਚ ਫਾਈਨਲੀ ਫਿਰ ਉਹਨਾਂ ਨੇ ਕਿਹਾ ਕਿ ਨਹੀਂ, ਹੁਣ ਤੇ ਕਸ਼ਮੀਰ ਜਿਹੜਾ ਹੈ ਉਹਦੇ 'ਚ ਅਸੀਂ ਇਲੈਕਸ਼ਨ ਵੀ ਕਰਾ ਲਏ ਨੇ, ਔਰ ਇੱਕ ਇੰਡੀਅਨ ਕਸ਼ਮੀਰ ਦੀ ਉਹ ਇੱਕ ਕਨਸਟੀਟਿਊਸ਼ਨ ਵੀ ਬਣ ਚੁੱਕੀ ਸੀ। ਜੀ, ਬਿਲਕੁਲ। ਲਿਹਾਜ਼ਾ ਉਸ ਸਿਸਟਮ ਦੇ ਉੱਤੇ ਇਹ ਚੱਲਦਾ ਰਿਹਾ। ਜੀ, ਲੇਕਿਨ
ਜਿਸ ਤਰ੍ਹਾਂ ਹਿਸਟਰੀ ਅੱਗੇ ਨਿਕਲੀ, ਸ਼ੇਖ ਅਬਦੁੱਲਾ ਨੂੰ ਇੰਡੀਅਨ ਗਵਰਨਮੈਂਟ ਨੇ ਅੰਦਰ ਕਰਤਾ, ਕਿਉਂਕਿ ਸ਼ੇਖ ਅਬਦੁੱਲਾ ਕਦੀ ਆਪਣੇ ਆਪ ਨੂੰ ਇੰਡੀਅਨ ਦੱਸਦੇ ਸਨ, ਕਦੀ ਕਸ਼ਮੀਰੀ ਆਜ਼ਾਦੀ ਦੀ ਵੀ ਗੱਲ ਕਰਦੇ ਸਨ। ਜੀ ਲਿਹਾਜ਼ਾ ਉਹ ਇਸ ਕਿਸਮ ਦੀ ਪੋਜੀਸ਼ਨ ਵਿੱਚ ਫਿਰ ਇੰਡੀਅਨ ਗਵਰਨਮੈਂਟ ਨੇ ਫੈਸਲਾ ਕਰ ਲਿਆ ਸੀ ਕਿ ਇਹ ਕਸ਼ਮੀਰ ਅਸੀਂ ਕਿਸੇ ਹਾਲਤ ਵਿੱਚ ਵੀ ਆਪਣੇ ਕੋਲੋਂ ਜਾਣ ਨਹੀਂ ਦੇਣਾ। ਠੀਕ ਹੈ, ਜੀ 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 ਕਿਉਂਕਿ ਅਸੀਂ ਇਲੈਕਸ਼ਨ ਵੀ ਕਰਾ ਲਏ ਨੇ, ਅਸੀਂ ਕਸ਼ਮੀਰ ਅਸੈਂਬਲੀ ਵੀ ਬਣਾ ਲਈਏ, ਕਨਸਟੀਟਿਊਸ਼ਨ ਵੀ ਬਣਾ ਲਈਏ। ਜੀ ਜੀ ਹੋਇਆ ਹੈ ਕਿ ਉਹਦੇ ਬਾਅਦ, ਕਿਉਂਕਿ ਸਪੈਸ਼ਲ ਸਟੇਟਸ ਦਾ ਮਤਲਬ ਕੀ ਹੈ, ਜੇ ਤੁਸੀਂ ਟੈਂਪਰੇਰੀ ਹੈਗਾ ਹਮ, ਸਪੈਸ਼ਲ ਸਟੇਟਸ ਔਰ ਅਲਟੀਮੇਟ ਇੰਟੀਗ੍ਰੇਸ਼ਨ ਹੈ, ਤੇ ਉਹ ਕਦੋਂ ਹੋਣੀ ਹੈ ਫਿਰ? ਜੀ ਠੀਕ ਹੈ, ਜੀ ਇਸ ਕਮਜ਼ੋਰੀ ਨੂੰ ਲੈ ਕੇ ਜਨ ਸੰਘ ਤੇ ਉਹਦੇ ਬਾਅਦ ਬੀਜੇਪੀ ਨੇ ਆਪਣੀ ਸਿਆਸਤ ਕੀਤੀ ਜੀ ਕਿ ਬਿਲਕੁਲ ਬਈ ਇਹ ਸਪੈਸ਼ਲ ਸਟੇਟਸ ਖਤਮ ਕਰੋ, ਔਰ ਜਿਹੜਾ ਕਸ਼ਮੀਰ ਹੈ ਉਹ ਬਾਕੀ ਸਟੇਟਸ ਜਿਹੜੀਆਂ ਇੰਡੀਆ ਦੇ ਨੇ ਉਹਦੇ ਮੁਤਾਬਿਕ ਹੀ ਇੰਡੀਆ ਦਾ ਇੰਟੀਗ੍ਰੇਟਿਡ ਹਿੱਸਾ ਬਣ ਜਾਏ। ਜੀ ਪਾਕਿਸਤਾਨੀ ਕਸ਼ਮੀਰ ਜਦੋਂ ਆਏਗਾ ਤੇ ਉਦੋਂ ਉਹ ਵੀ ਐਡ ਹੋ ਜਾਏਗਾ, ਜੀ ਲੇਕਿਨ ਫਿਲਹਾਲ ਦਿਸ ਇਜ਼ ਐਨ ਇੰਟੈਗਰਲ ਪਾਰਟ ਆਫ ਇੰਡੀਆ। ਠੀਕ ਹੈ ਜੀ ਇਹਦੇ ਤੇ ਹਾਂ, ਔਰ ਇਲੈਕਸ਼ਨ ਲੜਿਆ ਉਹਨਾਂ ਨੇ, ਜੀ ਜਿਹੜਾ 2019 ਵਿੱਚ ਬੀਜੇਪੀ ਬੜੀ ਮੈਜੋਰਿਟੀ ਨਾਲ ਜਿੱਤ ਕੇ ਆਈ। ਜੰਮੂ ਰੀਜਨ ਤੋਂ ਜੀ ਜੀ, ਉਹਨਾਂ ਨੇ ਅਗਸਤ 5 ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਬਾਈ ਪ੍ਰੈਜ਼ੀਡੈਂਸ਼ੀਅਲ ਆਰਡਰ ਆਰਡਰ ਖਤਮ ਕਰਤਾ, ਜਿਹੜਾ ਆਰਟੀਕਲ 35A ਵੇ। ਜੀ ਉਹਨਾਂ ਨੇ ਕਿਹਾ ਕਿ ਅੱਜ ਤੋਂ ਖਤਮ ਹੋ ਗਿਆ ਹੈ। ਜੀ So India is now Kashmir is integrated into the Indian Union। ਜੀ ਕਸ਼ਮੀਰ ਦੇ ਉਹਨਾਂ ਨੇ ਵੈਸੇ ਦੋ ਹਿੱਸੇ ਕਰਤੇ, ਲਦਾਖ ਨੂੰ ਉਹਨਾਂ ਨੇ ਸੈਪਰੇਟ ਕਰਤਾ, ਉਹ ਵੀ ਜੀ ਯੂਨੀਅਨ ਟੈਰੀਟਰੀ ਬਣਾਤੀ, ਜੀ ਔਰ ਜੰਮੂ ਔਰ ਕਸ਼ਮੀਰ ਨੂੰ ਵੀ ਫਿਲਹਾਲ ਯੂਨੀਅਨ ਟੈਰੀਟਰੀ ਬਣਾਇਆ, ਵਿਦ ਦ ਪ੍ਰੋਮਿਸ ਕਿ as soon as conditions return to normal we will Mhm. restore the status of a state for Jammu and Kashmir, but ਜੀ not as special। ਜਿਹੜਾ ਸੀ ਨਾ ਉਹ 1335A ਜੀ ਆਰਟੀਕਲ 370 ਉਹ ਉਹਨਾਂ ਨੇ ਅਬੋਲਿਸ਼ ਕਰਤਾ ਹੈ। ਜੀ that's the position। ਜੀ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਸੀ ਕਿ 14 ਮਈ 1954 ਦੇ ਵਿੱਚ ਇੱਕ ਪ੍ਰੈਜ਼ੀਡੈਂਸ਼ੀਅਲ ਆਰਡਰ ਦੇ ਨਾਲ 35A ਐਡ ਕਰ ਦਿੱਤਾ ਗਿਆ। ਉਹਦੇ ਜੀ ਜੀ ਨਾਲ ਇਹ ਸੀਗਾ ਕਿ ਜਿਹੜਾ ਬੰਦਾ ਉਸ ਤੋਂ 10 ਸਾਲ ਪਹਿਲਾਂ ਮਤਲਬ ਕਿ 14th ਆਫ 44 ਮਈ 44 ਹਾਂਜੀ 14th 44 ਆਫ ਵਿੱਚ। ਮਈ 1944 ਤੋਂ ਉੱਥੇ ਰਹਿ ਰਿਹਾ, ਉਸ ਤੋਂ ਪਹਿਲਾਂ ਤੋਂ ਉੱਥੇ ਰਹਿ ਰਿਹਾ, ਸਿਰਫ ਉਹੀ ਪਰਮਾਨੈਂਟ ਰੈਜ਼ੀਡੈਂਸ਼ੀਅਲ ਹੋ ਸਕਦਾ। ਪਰ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੋ ਗਈ ਕਿ 1947 ਦੇ ਵਿੱਚ ਤੁਸੀਂ ਦੱਸਦਾ ਕਿ ਦੇਸ਼ ਜਦੋਂ ਵੰਡ ਹੋ ਗਈ ਤੇ ਉਧਰੋਂ ਬਹੁਤ ਮਾਈਗ੍ਰੈਂਟ ਆ ਗਏ, ਤੇ ਉਹ ਮਾਈਗ੍ਰੈਂਟ ਜਿਹੜੇ ਆਏ ਨੇ ਉਹਨਾਂ ਦਾ ਜਿਹੜਾ ਸਭ ਤੋਂ ਹਰ ਇੱਕ ਡੈਮੋਕ੍ਰੇਸੀ ਦੇ ਵਿੱਚ ਇੱਕ ਇਨੀਸ਼ੀਅਲ ਚੀਜ਼ ਹੁੰਦੀ ਹੈ, ਫੰਡਾਮੈਂਟਲ ਰਾਈਟ ਹੁੰਦਾ, ਰਾਈਟ ਟੂ ਵੋਟ। ਉਹ ਉੱਥੇ ਰਾਈਟ ਟੂ ਵੋਟ ਹੀ ਨਹੀਂ ਕਰ ਪਾ ਰਹੇ ਸੀਗੇ। ਬਿਲਕੁਲ ਸਹੀ ਹੈ, ਜਿਹੜੀਆਂ ਉੱਥੋਂ ਦੀਆਂ ਜਿਹੜੀਆਂ ਅਸੈਂਬਲੀ ਇਲੈਕਸ਼ਨਸ ਹੁੰਦੀਆਂ, ਪਰ ਜਦੋਂ ਉਹ ਬਿਲਕੁਲ ਸਹੀ ਹੈ। ਨੈਸ਼ਨਲ ਵੋਟਾਂ ਹੁੰਦੀਆਂ ਸਨ ਉਦੋਂ ਉਹ ਵੋਟ ਕਰਦੇ ਸਨ, ਤੇ ਉਹ ਤੁਸੀਂ ਉਹਨਾਂ ਦਾ ਜਿਹੜਾ ਵੋਟਿੰਗ ਰਾਈਟ ਜਿਹੜਾ ਉਹਨਾਂ ਦਾ ਬੰਦ ਰਿਹਾ ਇੰਨੇ ਸਾਲ, 70 ਸਾਲ ਤੱਕ, 72 ਸਾਲ ਤੱਕ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ 35A ਨਹੀਂ, ਮੈਂ ਇੱਕ ਸਮਝਦਾ ਨੈਗੇਟਿਵ ਪੁਆਇੰਟ? ਜਿਹੜੇ ਲੋਕ ਆ ਕੇ ਦੇਖੋ ਜੀ, ਸਵੀਡਨ ਦੇ ਵਿੱਚ 3 ਸਾਲ ਦੇ ਬਾਅਦ ਅਸੀਂ ਪਰਮਨੈਂਟ ਸਿਟੀਜ਼ਨ ਬਣ ਜਾਂਦੇ ਆ। ਜੀ ਨਾ ਸਿਰਫ ਰਾਈਟ ਟੂ ਵੋਟ ਸਾਨੂੰ ਮਿਲਿਆ ਹੋਇਆ ਹੈ, ਅਸੀਂ ਪਬਲਿਕ ਆਫਿਸ ਵੀ ਕੰਟੈਸਟ ਕਰ ਸਕਦੇ ਆ, ਜੀ ਔਰ ਕਦੀ ਨਾ ਕਦੀ ਕੋਈ ਸਾਡੇ ਵਾਕਰਾਂ ਦਾ ਹੀ ਇਮੀਗ੍ਰੈਂਟ ਜਿਹੜਾ ਹੈ ਉਹਨਾਂ ਦੀ ਔਲਾਦ ਪ੍ਰਾਈਮ ਮਿਨਿਸਟਰ ਵੀ ਸਵੀਡਨ ਦੀ ਬਣ ਸਕਦੀ ਹੈ। ਇੰਗਲੈਂਡ ਵਿੱਚ ਤਾਂ ਬਣਨ ਵਾਲੇ ਸਨ, ਜੀ ਜੀ ਇੱਕ ਪਾਕਿਸਤਾਨੀ ਬਣਨ ਵਾਲਾ ਸੀ ਤੇ ਫਿਰ ਇੰਡੀਅਨ ਵੀ ਬਣ। ਲਿਹਾਜ਼ਾ ਦੁਨੀਆ ਦੇ ਰੂਲਸ ਬਦਲ ਗਏ ਹੋਏ ਨੇ, ਜੀ ਔਰ ਕਸ਼ਮੀਰ ਦਾ ਜਿਹੜਾ ਹੈ ਆਊਟਡੇਟਡ ਕਿਸਮ ਦੇ ਰੂਲਸ ਐਂਡ ਰੈਗੂਲੇਸ਼ਨ ਸਨ, ਜੀ ਜਿਹੜਾ ਕਿ ਬੀਜੇਪੀ ਨੇ ਉਸ ਦਾ ਪੋਲੀਟੀਕਲੀ ਫਾਇਦਾ ਉਠਾਇਆ ਜੀ ਔਰ ਮੈਂਡੇਟ ਲੈ ਕੇ ਉਹ ਇਲੈਕਟ ਹੋ ਕੇ ਆਏ ਨੇ। ਹੂੰ ਲਿਹਾਜ਼ਾ ਉਹਨਾਂ ਨੇ ਉਸ ਨੂੰ ਇੰਪਲੀਮੈਂਟ ਕੀਤਾ ਹੈਗਾ, ਇੰਨਾ ਕੋ ਫਰਕ ਹੈ। ਜੀ ਅੱਛਾ ਡਾਕਟਰ ਸਾਹਿਬ, ਇੱਕ ਹੋਰ 35A ਜੋ ਰੋਕਦਾ ਸੀਗਾ, ਸਪੋਜ਼ ਕਰੋ ਕਿ ਅਸੀਂ ਇੱਕ ਐਸੇ ਰੀਜਨ 'ਚ ਰਹਿ ਰਹੇ ਹਾਂ, ਕਸ਼ਮੀਰ ਵਾਲਾ ਏਰੀਆ ਹੈ, ਕਸ਼ਮੀਰ, ਜੰਮੂ, ਲਦਾਖ ਸਾਰਾ ਇਕੱਠਾ ਹੀ ਸੀਗਾ। ਉਹਦੇ ਵਿੱਚ ਇਸ ਰੂਲ ਇਹ ਸੀਗਾ ਕਿ ਉੱਥੇ ਕੋਈ ਇਨਵੈਸਟਰ ਨਹੀਂ ਸੀ ਜਾਂਦਾ। ਜਦੋਂ ਇਨਵੈਸਟਰ ਨੂੰ ਇਹ ਪਤਾ ਹੋਣਾ ਕਿ ਮੈਂ ਉੱਥੇ ਜਾ ਕੇ ਮੇਰੇ ਬੱਚੇ ਦੀ ਐਡਮਿਸ਼ਨ ਨਹੀਂ ਹੋਣੀ, ਕਿਤੇ ਮੇਰੇ ਬੱਚੇ ਦਾ ਅੱਗੇ ਭਵਿੱਖ ਨਹੀਂ ਹੋਣਾ, ਫਿਰ ਹੁਣ ਸਪੋਜ਼ ਕਰੋ ਕਿ ਉੱਥੇ ਇੰਜੀਨੀਅਰਿੰਗ ਕਾਲਜ ਖੁੱਲ ਗਿਆ ਜਾਂ ਇੱਕ ਮੈਡੀਕਲ ਕਾਲਜ ਖੁੱਲ ਗਿਆ, ਉੱਥੇ ਡਾਕਟਰ ਤੇ ਇੰਜੀਨੀਅਰ ਨਹੀਂ ਸੀ ਜਾਂਦੇ ਬਾਕੀ ਇੰਡੀਆ ਦੇ ਵਿੱਚੋਂ, ਕਿਉਂਕਿ ਉਹਨਾਂ ਨੂੰ ਹੁੰਦਾ ਸੀ ਕਿ ਸਾਡਾ ਇੱਥੇ ਫਿਊਚਰ ਨਹੀਂ ਹੈਗਾ, ਅਸੀਂ ਪਰਮਾਨੈਂਟ ਰੈਜ਼ੀਡੈਂਟ ਬਣ ਨਹੀਂ ਸਕਦੇ ਹੈਗੇ। ਤੇ ਉਹ ਜਿਹੜੀ ਚੀਜ਼ ਇਹ ਰੋਕਦੀ ਸੀਗੀ, ਉਹਦੇ ਬਾਰੇ ਤੁਸੀਂ ਕੀ
ਕਹਿਣਾ ਚਾਹੋਗੇ? ਨਹੀਂ, ਨਹੀਂ, ਮੈਂ ਬਿਲਕੁਲ ਉਹਦੇ ਖਿਲਾਫ ਹਾਂ, ਇੰਝ ਨਹੀਂ ਹੋਣਾ ਚਾਹੀਦਾ ਕਿਉਂਕਿ ਮੈਂ ਜਿੰਨੀ ਦਫਾ ਇੰਡੀਆ ਗਿਆ, ਜੀ, ਹਰ ਜਗ੍ਹਾ ਕਸ਼ਮੀਰੀ ਸਟੂਡੈਂਟ ਗਏ ਹੁੰਦੇ ਨੇ ਪੜ੍ਹਨ ਲਈ ਤੇ ਜੇ ਉਹ ਬਿਲਕੁਲ, ਆ ਕੇ ਬਾਹਰ ਇੰਡੀਆ 'ਚ ਪੜ੍ਹ ਸਕਦੇ ਨੇ ਜੀ, ਤੇ ਜਿਹੜੇ ਉੱਥੇ ਰਹਿੰਦੇ ਨੇ ਉਹਨਾਂ ਨੂੰ ਇਹ ਚਾਂਸ ਨਹੀਂ ਦੇਖੋ ਉਹ ਜਿਹੜੀਆਂ ਪਾਲਿਸੀਜ਼ ਸਨ ਨਾ ਜੀ, ਉਹ ਆਊਟਡੇਟਡ ਸਨ ਉਹ 1947 ਦਾ ਜਿਹੜਾ ਇੱਕ ਜੰਗ ਹੋਈ ਔਰ ਡਿਸਰਪਸ਼ਨ ਹੋਈ ਉਹਦੇ ਬੈਕਗ੍ਰਾਉਂਡ ਵਿੱਚ ਬਣਾਏ ਗਏ ਸਨ ਜੀ, ਪਰਮਾਨੈਂਟਲੀ ਤੇ ਇਹ ਚੀਜ਼ਾਂ ਨਹੀਂ ਕੰਟੀਨਿਊ ਹੋ ਸਕਦੀਆਂ ਬਲਕਿ ਸੱਚੀ ਗੱਲ ਤੇ ਇਹ ਵੇ ਜੀ, ਕਿ ਔਨ ਪੇਪਰ 35A ਵੀ ਸੀ ਔਨ ਪੇਪਰ 370 ਵੀ ਸੀ ਜੀ, ਲੇਕਿਨ ਐਕਚੁਅਲ ਹਕੂਮਤ ਜਿਹੜੀ ਹੈ ਉਹ ਤੇ ਸੈਂਟਰਲ ਹਕੂਮਤ ਨੇ ਹਮੇਸ਼ਾ ਕਸ਼ਮੀਰ ਵਿੱਚ ਆਪਣੇ ਤਰੀਕੇ ਨਾਲ ਇੰਟਰਫੇਅਰ ਕੀਤਾ ਬਲਕਿ ਬਿਲਕੁਲ ਸਹੀ, 1989 ਦਾ ਜਿਹੜਾ 79 ਦਾ ਜਾਂ ਕਿਹੜਾ ਇਲੈਕਸ਼ਨ ਹੈ 80 ਦਾ ਇਲੈਕਸ਼ਨ ਉਹਦੇ ਚ ਇੰਦਰਾ ਗਾਂਧੀ ਨੇ ਤੇ ਪੂਰੀ ਮੁਦਾਖਲਤ ਕੀਤੀ ਕਾਂਗਰਸ ਪਾਰਟੀ ਬਣਾਤੀ ਬਿਲਕੁਲ ਜੀ, ਲਿਹਾਜ਼ਾ ਆਲਰੇਡੀ ਡੀ ਫੈਕਟੋ ਤੇ ਹੋ ਰਿਹਾ ਸੀ ਡੀ ਜੀ, ਫੈਕਟੋ ਹੁੰਦਾ ਹੈ ਕਿ ਲੀਗਲੀ ਨਹੀਂ ਹੁੰਦਾ ਲੇਕਿਨ ਪ੍ਰੈਕਟੀਕਲੀ ਉਹ ਜੀ, ਉਹਨਾਂ ਨੇ ਡੀ ਜੋਰੋ ਕਰਤਾ ਉਹਨਾਂ ਨੇ ਹੁਣ ਲੀਗਲ ਕਰ ਛੱਡਿਆ ਜੀ, ਲਿਹਾਜ਼ਾ ਦ ਬੀਜੇਪੀ ਬੇਸ਼ੱਕ ਰਾਈਟ ਵਿੰਗ ਮੈਜੋਰਿਟੇਰੀਅਨ ਹਿੰਦੂਇਜ਼ਮ ਨੂੰ ਰਿਪਰੈਜ਼ੈਂਟ ਕਰਦੀ ਹੈ ਲੇਕਿਨ ਉਹ ਹੂੰ, ਮੈਂਡੇਟ ਲੈ ਕੇ ਆਏ ਨੇ ਬਈ ਹੁਣ ਮੈਂਡੇਟ ਜਦੋਂ ਮਿਲ ਜਾਂਦਾ ਹੈ ਤੇ ਉਹ ਪਾਰਟੀ ਫਿਰ ਉਸ ਨੂੰ ਇੰਪਲੀਮੈਂਟ ਵੀ ਕਰਦੀ ਹੈ ਵੈਦਰ ਯੂ ਲਾਈਕ ਇਟ অর ਨਾਟ ਹੁਣ ਤੁਹਾਡੇ ਸੁਪਰੀਮ ਕੋਰਟ ਵਿੱਚ ਇਹ ਕੇਸ ਹੈਗਾ ਹੂੰ, ਜਦੋਂ ਤੱਕ ਉਹਦੀ ਜਜਮੈਂਟ ਨਾ ਆ ਜਾਏ ਵੀ ਕਾਂਟ ਸੇ ਮਚ ਜੀ, ਲੇਕਿਨ ਜੋ ਹੋਇਆ ਉਹ ਉਹਨੂੰ ਅਸੀਂ ਬੈਲੈਂਸ ਨਾਲ ਦੇਖਣਾ ਹੈ ਜੀ, ਲਿਹਾਜ਼ਾ ਉਹ ਯਾਨੀ ਬਾਹਰੋਂ ਕੋਈ ਆ ਕੇ ਇਨਵੈਸਟ ਨਹੀਂ ਕਰ ਰਿਹਾ ਤੇ ਕਸ਼ਮੀਰ ਡਿਵੈਲਪ ਕਿੱਥੋਂ ਕਰਨਾ ਹੈ ਬਿਲਕੁਲ, ਇੰਡੀਅਨ ਇੰਡੀਅਨ ਸਬਸਿਡੀਜ਼ ਨਾਲ ਹੀ ਤੇ ਸਾਰਾ ਕਸ਼ਮੀਰ ਚਲਾ ਰਹੇ ਸਨ ਜੀ, ਜੀ, ਬਾਕੀ ਬਿਲਕੁਲ, ਹਿੰਦੁਸਤਾਨ ਵਿੱਚ ਸਬਸਿਡੀ ਪਤਾ ਨਹੀਂ 1100 ਰੁਪਏ ਹੈਗੀ ਏ ਤੇ ਕਸ਼ਮੀਰ ਦੀ 8000 ਜਾਂ ਕਿੰਨੀ ਹੈਗੀ ਸੀ ਪਰ ਸਿਟੀਜ਼ਨ ਬਿਲਕੁਲ, ਹਾਂਜੀ। ਲਿਹਾਜ਼ਾ ਉਹਨੂੰ ਰੈਕਟੀਫਾਈ ਯਾਨੀ ਉਹਨੂੰ ਨਾਰਮਲਾਈਜ਼ ਕਰਨ ਲਈ ਇਹ ਚੇਂਜਸ ਜਿਹੜੀਆਂ ਸਨ ਉਹ ਹੋਣੀਆਂ ਹੀ ਹੋਣੀਆਂ ਸਨ ਓਕੇ। ਹੋਰ ਤੁਹਾਨੂੰ ਧਾਰਾ ਜਿਹੜੀ 35A ਦੇ ਹੋਰ ਤੁਹਾਨੂੰ ਨੈਗੇਟਿਵ ਪੁਆਇੰਟ ਕਿਹੜੇ ਲੱਗਦੇ ਨੇ ਕਿ ਜੇ ਕਿ ਸ਼ਾਇਦ ਕਈ ਲੋਕ ਕਹਿੰਦੇ ਨੇ ਕਿ ਵੂਮਨ ਦੇ ਵੀ ਖਿਲਾਫ ਸੀਗਾ? ਹਾਂ ਬਿਲਕੁਲ ਇਹ ਵੀ ਤੁਸੀਂ ਬੜਾ ਅੱਛਾ ਮੈਂਸ਼ਨ ਕੀਤਾ ਹੈ ਜੇ ਕੋਈ ਕਸ਼ਮੀਰੀ ਔਰਤ ਜੀ, ਉਹ ਕਿਸੇ ਨਾਨ ਕਸ਼ਮੀਰੀ ਨਾਲ ਵਿਆਹ ਕਰ ਲੈਂਦੀ ਹੈ ਜੀ, ਤੇ ਉਹਦੇ ਜਿਹੜੇ ਪ੍ਰਾਪਰਟੀ ਰਾਈਟਸ ਨੇ ਕਸ਼ਮੀਰ ਵਿੱਚ ਉਹ ਜ਼ੀਰੋ ਹੋ ਜਾਂਦੇ ਨੇ ਔਰ ਸਭ ਤੋਂ ਵੱਡਾ ਐਗਜ਼ਾਮਪਲ ਹੈ ਕਿ ਫਾਰੂਕ ਅਬਦੁੱਲਾ ਦੀ ਬੇਟੀ ਨੇ ਜੀ, ਰਾਜੇਸ਼ ਪਾਇਲਟ ਦੇ ਮੁੰਡੇ ਨਾਲ ਜਦੋਂ ਵਿਆਹ ਕੀਤਾ ਤੇ ਜੀ, ਇਹ ਲਾਅ ਤੇ ਵੀ ਅਪਲਾਈ ਹੋ ਗਿਆ ਜੀ, ਕਿ ਕਸ਼ਮੀਰੀ ਵਿਮਨ ਆਰ ਐਟ ਅ ਡਿਸਐਡਵਾਂਟੇਜ ਨਾਟ ਕਸ਼ਮੀਰੀ ਮੈਨ ਜੇ ਯੈਸ, ਉਹ ਬਾਹਰੋਂ ਸ਼ਾਦੀ ਕਰਕੇ ਲੈਣ ਤੇ ਉਹਨਾਂ ਦੀ ਰਾਈਟਸ ਨੂੰ ਕੋਈ ਫਰਕ ਨਹੀਂ ਪੈਂਦਾ ਲਿਹਾਜ਼ਾ ਇਹ ਇੱਕ ਕੀ ਕਹਿੰਦੇ ਨੇ ਆਊਟਡੇਟਡ ਮੇਲ ਓਰੀਐਂਟਡ ਲਾਜ਼ ਹੈਗੀਆਂ ਸਨ ਜੀ, ਜੀ, ਜਿਹੜੀ ਕਿ ਡੈਮੋਕ੍ਰੈਟਿਕ ਬਿਲਕੁਲ ਨਹੀਂ ਸਨ ਜੀ। ਲਿਹਾਜ਼ਾ ਇਹ ਵੀ ਮੈਂ ਸਮਝਣਾ ਚੇਂਜ ਹੋਣੀ ਚਾਹੀਦੀ ਸੀ ਵਾਈ ਓ ਨਾਟ ਜੀ, ਇਹਦੇ ਨਾਲ ਬਿਲਕੁਲ ਤੁਹਾਨੂੰ ਮੈਂ ਹੋਰ ਗੱਲ ਜੋੜ ਦਾਂਗਾ ਤੁਸੀਂ ਫਾਰੂਕ ਅਬਦੁੱਲਾ ਦਾ ਨਾਮ ਲਿਆ। ਫਾਰੂਕ ਅਬਦੁੱਲਾ ਦੇ ਜੀ ਬੇਟੇ ਜਿਹੜੇ ਨੇ ਕਿ ਉਹ ਉਮਰ ਅਬਦੁੱਲਾ, ਉਹਨਾਂ ਨੇ ਵੀ ਨਾਨ ਕਸ਼ਮੀਰੀ ਨਾਲ ਸ਼ਾਦੀ ਕੀਤੀ ਹੈ। ਉਹਨਾਂ ਦੇ ਜਿਹੜੇ ਬੱਚੇ ਆ, ਉਹਨਾਂ ਨੂੰ ਇਹ ਰਾਈਟ ਹੈਗੇ ਨੇ। ਉਹੀ ਤੇ ਮੈਂ ਕਹਿ ਰਿਹਾ ਨਾ ਉਹਨਾਂ ਦੇਖੋ ਨੂੰ ਕਿੰਨੀ ਹੈ ਅਜੀਬ ਗੱਲ ਆ। ਉਹੀ ਨਾ ਤੇ ਉਹਨਾਂ ਦੀ ਬੇਟੀ ਜਿਹੜੀ ਏ ਜੀ, ਉਹਨਾਂ ਦੇ ਬੱਚਿਆਂ ਨੂੰ ਨਹੀਂ ਨੇ ਜਿਹਨੇ ਉਹਨਾਂ ਨੂੰ ਨਹੀਂ ਨੇ। ਰਾਜੇਸ਼ ਉਹਦੇ ਨਾਲ ਕਰ ਲਈਏ ਪਾਇਲਟ ਦੇ ਪੁੱਤਰ ਨਾਲ ਤੋ ਜੀ, ਦਿਸ ਜੀ, ਇਜ਼ ਡਿਸਕ੍ਰਿਮੀਨੇਸ਼ਨ ਯਾਰ ਡਿਸਕ੍ਰਿਮੀਨੇਸ਼ਨ ਇੱਕ ਜਮਹੂਰੀਅਤ ਵਿੱਚ ਡਿਸਕ੍ਰਿਮੀਨੇਸ਼ਨ ਹੋਣੀ ਨਹੀਂ ਚਾਹੀਦੀ ਬਿਲਕੁਲ। ਔਰ ਜਿੰਨੀ ਵੀ ਡਿਸਕ੍ਰਿਮੀਨੇਟਰੀ ਲਾਜ਼ ਨੇ ਉਹ ਚੇਂਜ ਹੋਣੀ ਚਾਹੀਦੀਆਂ ਨੇ ਤੇ ਸਿੰਪਲ ਐਜ਼ ਦੈਟ ਤੇ ਭਾਰਤ ਦਾ ਜਿਹੜਾ ਲੈਫਟ ਹੈ, ਉਹ ਇਸ ਨੂੰ ਅਪੋਜ਼ ਕਰਦਾ। ਉਹਨਾਂ ਨੇ ਜਿੰਨੇ ਜਿੰਨੇ ਉਦੋਂ ਮੈਂ ਹੈਜ਼ੀਟੇਸ਼ਨ ਜਿੰਨੇ ਵੀ ਦੇਖੇ ਸੀਗੇ, ਭਾਰਤ ਦੇ ਲੈਫਟ ਨੇ ਹਰ ਜਗ੍ਹਾ ਤੇ ਇਸ ਚੀਜ਼ ਨੂੰ ਅਪੋਜ਼ ਕੀਤਾ ਕਿ ਇਹ ਤੁਸੀਂ ਇਹ ਗਲਤ ਕਰ ਰਹੇ ਹੋ ਕਿ ਇਹਨਾਂ ਚੀਜ਼ਾਂ ਤੇ। ਜਦ ਕਿ ਉਹ ਲੈਫਟ ਮੰਨਿਆ ਜਾਂਦਾ ਹੈ ਕਿ ਵੂਮਨ ਰਾਈਟ ਵਗੈਰਾ ਤੇ ਜ਼ਿਆਦਾ ਗੱਲ ਕਰਦਾ। ਯਾਰ ਇਹ ਉਹਨਾਂ ਨੂੰ ਪੁੱਛੋ ਮੈਂ ਜੀ, ਇਹੋ ਜਿਹੇ ਲੈਫਟ ਤੋਂ ਬਹੁਤ ਤੰਗ ਹੈਗਾ ਅੱਛਾ ਜੀ। ਜਿਨ੍ਹਾਂ ਨੇ ਇਸ ਕਿਸਮ ਦੇ ਸਟੈਂਡਸ ਲਏ ਨੇ ਮੈਂ ਆਈ ਬਲੀਵ ਇਨ ਡੈਮੋਕ੍ਰੇਸੀ ਜੀ, ਆਈ ਬਲੀਵ ਇਨ ਇਕੁਆਲਿਟੀ ਆਈ ਜੀ, ਬਲੀਵ ਇਨ ਜੈਂਡਰ ਇਕੁਆਲਿਟੀ ਜੀ, ਹੁਣ ਜੇ ਬੀਜੇਪੀ ਲੈ ਕੇ ਆ ਰਹੀ ਹੈ ਮਸਲਨ ਯੂਨੀਫਾਰਮ ਸਿਵਲ ਕੋਡ ਦੇ ਮੈਂ ਬਹੁਤ ਹੱਕ 'ਚ ਹਾਂ ਜੀ, ਜਿਹੜਾ ਕਿ ਮੁਸਲਮਾਨਾਂ ਨੂੰ ਅਵੇਲੇਬਲ ਨਹੀਂ ਹੈ ਬਾਕੀ ਸਭ ਨੂੰ ਹੈ ਉਹਦੇ ਨਾਲ ਕਿ ਕੌਣ ਜ਼ਿਆਦਾ ਹਰਟ ਹੁੰਦੇ ਨੇ ਮੁਸਲਮਾਨ ਹਰਟ ਹੁੰਦੇ ਨੇ ਜੀ, ਖਾਸ ਤੌਰ ਬਿਲਕੁਲ। ਤੇ ਮੁਸਲਿਮ ਵਿਮਨ ਜੀ, 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 ਬਿਲਕੁਲ। ਲਿਹਾਜ਼ਾ ਲੈਫਟ ਦੀ ਸਿਆਸਤ ਜਿਹੜੀ ਹੈ ਉਹ ਉਹਨਾਂ ਨੂੰ ਪੁੱਛੋ ਤੇ ਉਹ ਕੋਈ ਜਸਟੀਫਿਕੇਸ਼ਨ ਦੇਣਗੇ ਨਾ ਮੈਨੂੰ ਇਟ ਮੇਕਸ ਨੋ ਸੈਂਸ ਟੂ ਮੀ ਓਕੇ। ਮੇਰਾ ਤਾਂ ਖਿਆਲ ਸੀ ਕਿ ਕਾਂਗਰਸ ਦੀ ਹਕੂਮਤ ਔਰ ਇਹਨਾਂ ਨੂੰ ਖੁਦ ਹੀ ਮਿਲ ਕੇ ਲੇਕਿਨ ਪ੍ਰੋਬਲਮ ਸੀ ਜੀ, ਕਿ ਜਦੋਂ ਤੁਸੀਂ ਜੰਮੂ ਐਂਡ ਕਸ਼ਮੀਰ ਇੱਕ ਜੰਗ ਦੇ ਬਾਅਦ ਐਕਵਾਇਰ ਕਰ ਲਿਆ
ਔਰ ਕਸ਼ਮੀਰ ਵੈਲੀ ਦੀ ਆਪਣੀ ਸਿਆਸਤ, ਜੀ, ਬਾਕੀ ਇਲਾਕਿਆਂ ਦੀ, ਜੰਮੂ ਦੀ ਆਪਣੀ ਸਿਆਸਤ, ਇੱਕ ਪਾਸੇ ਹਿੰਦੂ ਮੈਜੋਰਿਟੀ ਜੰਮੂ ਵਿੱਚ, ਇੱਕ ਪਾਸੇ ਮੁਸਲਿਮ, ਇਹ ਸਾਰੀ ਕੰਪਲੈਕਸਿਟੀਜ਼ ਨੇ ਕਸ਼ਮੀਰ ਦੇ ਇਸ਼ੂ ਨੂੰ ਬਹੁਤ ਕੰਪਲਿਕੇਟ ਕਰ ਦਿੱਤਾ। ਜੀ, ਤੇ ਹੁੰਦਾ ਹੈ ਵੀ ਕਿ ਹਕੂਮਤਾਂ ਰਿਸਕ ਨਹੀਂ ਲੈਂਦੀਆਂ ਸਟੇਟਸ ਕੋ ਨੂੰ ਚੇਂਜ ਕਰਨ ਦੀਆਂ, ਜੀ, ਜੀ, ਮਗਰ ਬੀਜੇਪੀ ਨੇ ਕਰ ਦਿੱਤਾ, ਬਿਕੋਜ਼ ਬੀਜੇਪੀ ਦਾ ਤੇ ਉੱਥੇ ਸਟੇਕ ਕੋਈ ਨਹੀਂ ਸੀ। ਜੀ, ਕਾਂਗਰਸ ਦਾ ਸਟੇਕ ਬੜਾ ਪੁਰਾਣਾ ਹੈ ਹੂੰ, ਔਰ ਨੈਸ਼ਨਲ ਕਾਨਫਰੰਸ ਦਾ ਬੜਾ ਪੁਰਾਣਾ ਹੈ। ਫਿਰ ਉਹ ਇਹ ਹੁੰਦਾ, ਔਰ ਮਹਿਬੂਬਾ ਮੁਫਤੀ ਦਾ, ਕਿ ਉਹਨਾਂ ਦੀ ਕੰਸਟੀਟੂਐਂਸੀਜ਼ ਫਿਕਸਡ ਹੁੰਦੀਆਂ ਨੇ, ਕਿੰਨਾ ਮੂਵ ਉਹ ਕਰ ਸਕਣ ਨਾ ਕਰ ਸਕਣ। ਜੀ, ਬੀਜੇਪੀ ਇਜ਼ ਐਨ ਆਊਟਸਾਈਡਰ, ਜੀ, ਉਹ ਜੋ ਚਾਹੇ ਕਰ ਲੈ, ਕਿਉਂਕਿ ਹੂੰ, ਉਹ ਲੂਜ਼ਰ ਨਹੀਂ ਹੈਗੀ, ਉਹ ਤਾਂ ਗੇਨਰ ਹੈ ਬਾਈ ਆਲ ਥੀਸ ਥਿੰਗਸ। ਜੀ, ਜੀ, ਲਿਹਾਜ਼ਾ ਜਿਹੜੇ ਚੇਂजेस ਇਹ ਬਾਕੀ ਹੋਣੇ ਚਾਹੀਦੇ ਸਨ। ਦੇਖੋ ਨਾ, ਕਸ਼ਮੀਰੀ ਲੀਡਰਸ਼ਿਪ ਨੂੰ ਵੀ ਪ੍ਰੋਗਰੈਸਿਵਲੀ, ਜੇ ਇੰਡੀਆ ਦੇ ਵਿੱਚ ਉਹਨਾਂ ਨੇ ਕਹਿੰਦੇ ਨੇ ਕਿ ਅਸੀਂ ਇੰਡੀਆ ਦਾ ਹਿੱਸਾ, ਔਰ ਮੈਂ ਬਾਰ-ਬਾਰ ਸੁਣਿਆ ਵੀ ਹੈ ਹੂੰ, ਆਪਣਾ ਫਾਰੂਕ ਅਬਦੁੱਲਾ ਨੂੰ ਕਹਿੰਦੇ ਹੋਏ, ਹਾਊ ਕੈਨ ਯੂ ਡੇਅਰ ਟੂ ਚੈਲੰਜ ਮਾਈ ਯੈਸ, patriotism, ये वो, भाई ਯੈਸ, what do ਯੈਸ, you mean? And then one day you say कि the Kashmiris may want to live under China, यानी इस किस्म ਦੀਆਂ vague statements ਦੇਣ ਦੇ ਨਾਲ you can day to day make politics, but in the long run you're a loser यार, ਗੱਲ ਖਤਮ ਹੋ ਗਈ। ਜੀ, 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 ਹਾਂ, ਉਵੇਂ ਵੀ, ਬੀਜੇਪੀ ਨੇ ਉਹਨਾਂ ਸਭ ਚੀਜ਼ਾਂ ਦਾ ਫਾਇਦਾ ਉਠਾਇਆ, ਉਹਨਾਂ ਨੇ ਕੈਲਕੂਲੇਟ ਕੀਤਾ ਹੈ ਜੀ, ਔਰ ਉਹਨਾਂ ਨੇ ਉਹ ਇੰਪਲੀਮੈਂਟ ਕਰਕੇ ਦਿਖਾਤਾ ਹੈ, whether you like it or not। ਜੀ, ਹਾਂ, ਬੀਜੇਪੀ ਦੀ ਪਾਲਿਸੀ ਜਿਹੜੀਆਂ ਮੇਨ ਸਟ੍ਰੀਮ ਇੰਡੀਆ ਵਿੱਚ ਹਨ, ਹੂੰ, ਉਹਨਾਂ ਦੇ ਵਿੱਚ ਉਹ CAA, ਔਰ ਉਹਦੇ ਮੈਂ ਬਹੁਤ ਖਿਲਾਫ ਹਾਂ, ਜੀ, ਬਿਕੋਜ਼ ਦੈਟ ਜੀ, ਵਾਸ ਡਿਸਕ੍ਰਿਮੀਨੇਟਰੀ ਅਗੇਂਸਟ ਮੁਸਲਿਮਸ। ਜੀ, 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 ਬਿਲਕੁਲ, ਬਟ ਕਸ਼ਮੀਰ ਵਿੱਚ ਤੇ ਜੋ ਉਹਨਾਂ ਨੇ ਕੀਤਾ ਹੈ, ਉਹ ਹੋਣਾ ਹੀ ਹੋਣਾ ਸੀ, ਔਰ ਨਾ ਹੁੰਦਾ ਤੇ ਇਹ ਝਗੜਾ ਚੱਲਦਾ ਰਹਿੰਦਾ। ਸੋ ਆਈ ਥਿੰਕ ਦੇ ਹੈਵ ਕਲੀਅਰਲੀ ਸਟੇਟਡ ਕਿ ਡੀ ਫੈਕਟੋ ਨਹੀਂ, ਅਸੀਂ ਡੀ ਜੋਰੋ ਹੁਣ ਇੰਡੀਆ ਕਸ਼ਮੀਰ ਨੂੰ ਇੰਟੀਗ੍ਰੇਟ ਕਰ ਲਿਆ। ਡੀ ਫੈਕਟੋ ਤੇ ਉਹਨਾਂ ਨੇ ਕਰਿਆ ਹੀ ਹੋਇਆ, ਕੀਤਾ ਹੀ ਹੋਇਆ ਸੀ। ਕੀਤਾ ਦੇयर ਹੀ ਵਾਸ ਹੋਇਆ ਨੋ ਸੀ। ਡਿਫਰੈਂਸ, ਦੇयर ਵਾਸ ਨੋ ਜੀ, ਡਿਫਰੈਂਸ। ਜੀ, ਜੀ। ਹਾਂ, ਡਾਕਟਰ ਸਾਹਿਬ, ਆਪਾਂ ਹੁਣ ਬਿਲਕੁਲ ਅਖੀਰ ਦੇ ਵਿੱਚ ਲਗਭਗ ਪਹੁੰਚ ਗਏ ਹਾਂ, ਪਰ ਤੁਸੀਂ ਗੱਲ ਕਰ ਲਈ ਹੈ ਯੂਨੀਫਾਰਮ ਸਿਵਲ ਕੋਡ ਦੀ। ਇੱਕ ਜਿਹੜਾ ਜੀ, ਸੈਕੂਲਰ ਦੇਸ਼ ਹੁੰਦਾ, ਜਿਵੇਂ ਇੰਡੀਆ ਦਾ ਜਿਹੜਾ ਕੌਂਸਟੀਟਿਊਸ਼ਨ ਆ, ਉਹ ਜੀ, ਇੱਕ ਸੈਕੂਲਰ ਹੈ ਮੁਲਕ ਆ, ਉਸਨੂੰ ਦੱਸਦਾ ਹੈ ਹਿੰਦੁਸਤਾਨ ਨੂੰ, ਤੇ ਉਹ ਇੱਕ ਮੁਸਲਿਮ ਪਰਸਨਲ ਲਾਅ ਰੱਖ ਰਿਹਾ, ਹੋਰ ਕਈ ਤਰ੍ਹਾਂ ਦੇ ਲਾਅ, ਉਹ ਜਿਹੜੀ ਕਿ ਦੋਨੇ ਚੀਜ਼ਾਂ ਇੱਕ ਦੂਜੇ ਤੋਂ ਵਿਰੁੱਧ ਨਹੀਂ ਲੱਗਦੀਆਂ, ਕਿ ਇਹ ਦੋਨੇ ਚੀਜ਼ਾਂ ਇਕੱਠੀਆਂ ਨਹੀਂ ਰਹਿ ਸਕਦੀਆਂ? ਉਹਦੀ ਬੈਕਗ੍ਰਾਉਂਡ ਮੈਂ ਦਿੱਤੀ ਹੈ ਜਿਨ੍ਹਾਂ ਵਾਲੀ ਕਿਤਾਬ ਵਿੱਚ, ਉਹਦੇ 'ਚ ਮੈਂ ਜੀ, ਦੱਸਿਆ ਹੈ ਕਿ 1931 ਵਿੱਚ ਕਰਾਚੀ ਸੈਸ਼ਨ ਜਿਹੜਾ ਸੀ ਨਾ ਕਾਂਗਰਸ ਦਾ, ਉਹਦੇ 'ਚ ਫੰਡਾਮੈਂਟਲ ਰਾਈਟਸ ਬੜੀਆਂ ਡੈਮੋਕ੍ਰੈਟਿਕ ਡਿਕਲੇਅਰ ਹੋ ਗਈਆਂ ਸਨ ਕਿ ਫਿਊਚਰ ਇੰਡੀਆ 'ਚ ਇਹ ਰਾਈਟਸ ਸਾਰਿਆਂ ਨੂੰ ਮਿਲਣਗੀਆਂ, ਜੀ, ਬਟ ਦੇ ਵਰ ਆਲ ਬੇਸਡ ਔਨ ਇੰਡੀਵਿਜੂਅਲ ਰਾਈਟਸ ਆਫ ਸਿਟੀਜ਼ਨ। ਠੀਕ ਹੈ, ਜੀ, ਉਹ ਫਿਰ ਇਹ ਹੋਇਆ ਕਿ ਜਮੀਅਤ ਉਲਮਾ ਹਿੰਦ ਔਰ ਕੰਜ਼ਰਵੇਟਿਵ ਹਿੰਦੂਜ਼ ਔਰ ਕੰਜ਼ਰਵੇਟਿਵ ਸਿੱਖਾਂ ਨੂੰ, ਔਰ ਇਹਨਾਂ ਨੂੰ ਵਕਤ ਪੈ ਗਿਆ ਕਿ ਯਾਰ ਸਾਡੀ ਰਿਲੀਜੀਅਸ ਜਿਹੜੀਆਂ ਲਾਜ਼ ਨੇ ਫੈਮਿਲੀ ਦੀਆਂ, ਔਰ ਉਹ ਸਾਰੀਆਂ ਤੇ ਕਮਜ਼ੋਰ ਹੋ ਜਾਣਗੀਆਂ। ਜੀ, ਤੇ ਕਾਂਗਰਸ ਦਾ ਐਲਾਈ ਮੁਸਲਮਾਨਾਂ ਵਿੱਚ ਤੇ ਜਮੀਅਤ ਉਲਮਾ ਹਿੰਦ ਹੀ ਸੀ ਨਾ, ਬਿਲਕੁਲ, ਲਿਹਾਜ਼ਾ ਉਹਨਾਂ ਨੇ ਖੁਸ਼ ਕਰਨ ਲਈ ਇੱਕ ਹੋਰ 1931 ਵਿੱਚ ਹੀ ਇੱਕ ਹੋਰ ਰੈਜ਼ੋਲੂਸ਼ਨ ਪਾਸ ਕੀਤਾ ਜੀ, ਕਿ ਫੰਡਾਮੈਂਟਲ ਰਾਈਟਸ ਸਾਰੇ ਸਿਟੀਜ਼ਨਸ ਨੂੰ ਹੋਣਗੀਆਂ, ਲੇਕਿਨ ਮਾਈਨੋਰਿਟੀ ਦੇ ਪਰਸਨਲ ਲਾਜ਼ ਨੂੰ ਅਸੀਂ ਟੱਚ ਨਹੀਂ ਕਰਾਂਗੇ ਜਦੋਂ ਤੱਕ ਕਿ ਉਹ ਖੁਦ ਉਸ ਨੂੰ ਚੇਂਜ ਨਾ ਕਰਨਾ ਚਾਹਣ। ਠੀਕ ਹੈ, ਜੀ, 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 ਬਟ ਦਿਸ ਵਾਸ 31, ਜਦੋਂ ਕਿ ਉਹਨਾਂ ਨੂੰ ਹਰ ਮੁਸਲਿਮ ਦੀ ਸਪੋਰਟ ਚਾਹੀਦੀ ਸੀ ਕਾਂਗਰਸ ਨੂੰ। ਜੀ, ਜੀ, ਬਾਅਦ ਵਿੱਚ ਜਦੋਂ ਇੰਡੀਆ ਆਜ਼ਾਦ ਹੋ ਗਿਆ ਤੇ ਨਹਿਰੂ ਨੇ ਹਿੰਦੂ ਫੈਮਿਲੀ ਲਾਅ ਜਿਹੜੀਆਂ ਨੇ ਉਹ ਤੇ ਚੇਂਜ ਕਰਤੀਆਂ, ਲੇਕਿਨ since he had made a promise, he was a gentleman actually, I think। ਉਹਨੂੰ ਕਹਿੰਦੇ ਨੇ ਜੀ ਵੋਟ ਬੈਂਕ, I don't think so। ਉਹਨੇ ਕਿਹਾ ਮੁਸਲਮਾਨ ਉਹ ਨੇ ਜਿਹੜੇ ਸਾਡੇ ਨਾਲ ਖਲੋਤੇ ਸਨ ਤੇ ਅਸੀਂ ਵਾਅਦਾ ਕੀਤਾ ਸੀ, ਲੇਕਿਨ ਵਾਅਦਾ ਇਹ ਸੀ ਕਿ ਜਦੋਂ ਉਹ ਦੇਖਣਗੇ ਕਿ ਆਪਣਾ ਸਾਰਿਆਂ ਦੀ ਲਾਜ਼ ਪ੍ਰੋਗਰੈਸਿਵਲੀ ਚੇਂਜ ਹੋ ਰਹੀਆਂ ਨੇ ਤੇ ਮੁਸਲਿਮਸ ਵਿਲ themselves come forward and say ਕਿ ਅਸੀਂ ਵੀ ਜੁਆਇਨ ਕਰਨੇ ਆ। ਉਹ ਨਹੀਂ ਹੋਇਆ, ਉਹ ਮੌਲਵੀਆਂ ਨੇ ਉੱਥੇ ਕੈਪਚਰ ਕਰ ਲਿਆ ਜੀ, ਔਰ ਸ਼ਾਹ ਬਾਨੋ ਕੇਸ ਵਿੱਚ ਇਹ ਗੱਲ ਆਬਵੀਅਸ ਹੋ ਗਈ। ਤੁਸੀਂ ਥੋੜਾ ਹੁਣ ਜੇ ਜਿਹਾ ਡਿਟੇਲ ਦੱਸ ਦਿਓ ਸ਼ਾਹ ਬਾਨੋ ਕੀ ਸੀ, ਥੋੜਾ ਜਿਹਾ। ਜੀ ਦੇਖੋ ਜੀ, ਸ਼ਾਹ ਬਾਨੋ ਵਾਸ a Muslim woman of about 55-60, ਇਹ ਉਹਦੀ ਮਹਿਲ ਉਮਰ ਸੀ ਜੀ, 60 ਸੀ, ਹਾਂਜੀ, 60। ਉਹਦੇ ਜਿਹੜੇ ਮਿਸਟਰ ਹਸਬੈਂਡ ਸਨ ਨਾ, ਮਿਸਟਰ ਖਾਨ, ਉਹਨਾਂ ਨੇ ਉਹਨੂੰ ਤਲਾਕ ਦੇ ਦਿੱਤੀ ਜੀ। ਨਾਓ ਇਸ ਤੋਂ ਪਹਿਲੇ ਇੰਡੀਆ ਦੇ ਵਿੱਚ ਜਿਹੜੀ ਲਾਅ ਸੀ ਕਿ ਇਫ ਯੂ ਡਾਈਵੋਰਸ ਅ ਵਾਈਫ
ਜੀ ਐਂਡ ਦ ਵਾਈਫ ਇਜ਼ ਆਫ ਸੱਚ ਐਨ ਏਜ ਕਿ ਨਾ ਉਹਦਾ ਵਿਆਹ ਹੋਣਾ ਹੈ, ਨਾ ਉਹਦੇ ਕੋਲ ਕੋਈ ਨੌਕਰੀ ਹੈ, ਜੀ ਤੇ ਯੂ ਹੈਵ ਟੂ ਗਿਵ ਸਮ support financially to her. ਹੂੰ Okay. ਜੀ This applied to all women divorced by Indian men, ਜੀ citizens. ਜੀ ਜੀ ਸ਼ਾਹ ਬਾਨੋ ਨੂੰ ਜਦੋਂ ਉਹਦੇ ਮਿਸਟਰ ਖਾਨ ਨੇ ਡਾਈਵੋਰਸ ਕੀਤਾ, ਜੀ ਤੇ ਕਿਸੇ ਨੇ ਕਿਹਾ ਵੀ ਤੂੰ ਵੀ ਅਪੀਲ ਕਰ ਦੇ ਕੋਰਟ ਵਿੱਚ ਕਿ ਵੀ ਮੈਨੂੰ ਅਲਾਉਂਸ ਕੋਈ ਮਿਲੇ ਸਪੋਰਟ ਦਾ, ਮੈਂ ਤੇ ਮੇਰੇ ਕੋਲ ਤੇ ਕੋਈ ਇਕਨੋਮਿਕ ਰਿਸੋਰਸਿਸ ਹੈ ਨਹੀਂ। ਜੀ ਤੇ ਮੇਰੇ ਖਿਆਲ ਜਿਹੜਾ ਹਾਈ ਕੋਰਟ ਸੀ ਉਹਨੇ ਕੋਈ 75 ਰੁਪਏ ਵੈਰੀ ਨੋਮੀਨਲ ਜੀ ਲਾਤਾ ਕਿ ਖਾਨ ਵਿਲ ਆਲਵੇਸ ਪੇ ਐਵਰੀ ਮੰਥ ਟੂ ਹਿਸ ਫਾਰਮਰ ਐਕਸ ਵਾਈਫ। ਜੀ ਮਿਸਟਰ ਖਾਨ ਔਰ ਕੰਜ਼ਰਵੇਟਿਵ ਮੁਸਲਿਮ, ਜਿਹਦੇ ਚ ਅਨਫੋਰਚੂਨੇਟਲੀ ਵਨ ਆਫ ਯੋਰ ਅੰਬੈਸਡਰਸ ਸੈਯਦ ਸ਼ਹਾਬੂਦੀਨ ਬਿਹਾਰ ਦਾ ਸੀ, ਜੀ ਉਹਨੇ ਵੀ ਉਹਦੇ ਚ ਹਿੱਸਾ ਪਾਤਾ ਤੇ ਬੜਾ ਰੌਲਾ ਪਿਆ ਕਿ ਨਹੀਂ ਜੀ ਇਸਲਾਮ ਦੇ ਵਿੱਚ once you divorce a woman after iddat is 3 to 4 months, ਜਿਹਦੇ ਚ ਦੇਖਣਾ ਪੈਂਦਾ ਹੈ ਕਿ ਉਹ ਸਰਕਲ ਪ੍ਰੈਗਨੈਂਟ ਤੇ ਨਹੀਂ ਹੈ, ਕਿਉਂਕਿ ਜੇ ਜੀ ਪ੍ਰੈਗਨੈਂਟ ਹੈ ਤੇ ਫਿਰ ਉਹ ਜਿਹੜਾ ਬੱਚਾ ਪੈਦਾ ਹੋਣ ਵਾਲਾ ਹੈ ਉਹਦੇ ਰਾਈਟਸ ਬਣ ਜਾਂਦੇ ਨੇ। ਜੀ ਬਟ ਇਫ ਸ਼ੀ ਇਜ਼ ਨਾਟ ਪ੍ਰੈਗਨੈਂਟ then you have no rights after 3-4 months, your responsibility is over. ਜੀ ਲਿਹਾਜ਼ਾ ਉਹਨਾਂ ਨੇ ਕਿਹਾ ਜੀ ਸਾਡੇ ਇਸਲਾਮ ਵਿੱਚ ਇਹਦੀ ਇਜਾਜ਼ਤ ਨਹੀਂ, ਬਹੁਤ ਰੌਲਾ ਪਿਆ। ਸੁਪਰੀਮ ਜੀ ਕੋਰਟ ਨੇ ਜਿਹੜੀ ਸੀ ਹਾਈ ਕੋਰਟ ਦੀ ਰੂਲਿੰਗ ਦੇ ਹੱਕ ਵਿੱਚ ਦਿੱਤੀ, ਕੀ ਕਹਿੰਦੇ ਨੇ ਕਿ ਨਹੀਂ ਸ਼ੀ ਇਜ਼ ਐਂਟਾਈਟਲਡ ਜੀ ਟੂ ਦਿਸ ਅਲਾਉਂਸ। ਜੀ ਉਹ ਫਿਰ ਰਾਜੀਵ ਗਾਂਧੀ ਵਾਸ ਪ੍ਰਾਈਮ ਮਿਨਿਸਟਰ, ਪਤਾ ਨਹੀਂ ਕਿਸ ਨੇ ਜਾ ਕੇ ਐਡਵਾਈਸ ਕੀਤਾ ਕਿ ਨਾ ਜੀ ਤੁਸੀਂ ਇੰਜ ਕਰੋ, ਪਾਰਲੀਮੈਂਟ ਦੇ ਜ਼ਰੀਏ ਲਾਅ ਐਕਸੈਪਸ਼ਨ ਕਰ ਦਿਓ ਕਿ ਮੁਸਲਿਮਸ ਆਰ ਐਗਜ਼ੈਂਪਟਡ ਫਰਮ ਦਿਸ ਲਾਅ। ਜੀ ਉਹਦਾ ਐਡਾ ਨੁਕਸਾਨ ਹੋਇਆ, ਮਹਿਲ ਬੀਜੇਪੀ ਦੀ ਰਾਈਜ਼ ਉੱਥੋਂ ਸ਼ੁਰੂ ਹੁੰਦੀ ਹੈ। ਜੀ ਜੀ ਉਹਨਾਂ ਨੇ ਕਿਹਾ ਯਾਰ ਸਾਰੀ ਦੁਨੀਆ ਦੇ ਸਾਡੇ ਲਾਅਸ ਤੇ ਸਾਰੇ ਬਦਲਤੇ ਨੇ ਤੁਸੀਂ, ਹੂੰ ਤੇ ਮੁਸਲਮਾਨਾਂ ਦੇ ਲਾਅ ਨਹੀਂ ਬਦਲਣਗੇ, ਤੇ ਇਹ ਤੇ ਇਸ ਵਾਸਤੇ ਵੀ ਕਿ ਵੋਟ ਬੈਂਕ ਬਣਾ ਰਹੇ ਨੇ ਮੁਸਲਮਾਨਾਂ ਦਾ। ਜੀ ਜੀ ਉਸ ਤੋਂ ਫਿਰ ਇਹ ਸਿਆਸਤ ਹੋਈ ਕਿ ਨਹੀਂ ਯੂਨੀਫਾਰਮ ਸਿਵਲ ਕੋਡ। ਹੁਣ ਲੈਫਟ ਨੇ ਇਹਨੂੰ ਇਸ ਵਾਸਤੇ ਅਪੋਜ਼ ਕੀਤਾ ਕਿ ਇਹ ਚੈਲੰਜ ਕੀਤਾ ਗਿਆ, ਹਾਲਾਂਕਿ ਜਦੋਂ ਇਹ ਹੋ ਰਿਹਾ ਸੀ ਨਾ ਝਗੜਾ, ਜੀ ਤੇ ਜੀ ਜਿੰਨੇ ਪ੍ਰੋਗਰੈਸਿਵ ਮੁਸਲਮਾਨ ਇੰਡੀਅਨ ਸਨ ਉਹ ਸ਼ਾਹਬਾਨੋ ਦੇ ਨਾਲ ਸਨ। ਆਰਿਫ ਮੁਹੰਮਦ ਖਾਨ ਸਾਹਿਬ ਜੋ ਕਿ ਉਸ ਵੇਲੇ ਉਹੀ ਮਿਨਿਸਟਰ ਉਹੀ ਸਨ। ਨਹੀਂ ਆਪਣਾ ਉਹ ਕੀ ਹੈ ਸ਼ਬਾਨਾ ਆਜ਼ਮੀ, ਉਹਦੇ ਹਸਬੈਂਡ ਜਾਵੇਦ ਅਖਤਰ, ਜੀ ਹੋਰ ਮੈਂ ਕਈ ਜਾਣਨਾ, ਜਾਵੇਦ ਆਨੰਦ, ਇਹ ਸਾਰੇ ਜਿਹੜੇ ਪੜ੍ਹੇ ਲਿਖੇ ਮੁਸਲਮਾਨ ਸਨ, ਜੀ ਜੀ ਉਹ ਜੀ ਉਹਨਾਂ ਦੇ ਵਰ ਆਲ ਇਨ ਫੇਵਰ, ਮੈਨੀ ਪੀਪਲ ਵਰ ਇਨ ਫੇਵਰ। ਜੀ ਲੇਕਿਨ ਇਹਨਾਂ ਨੇ ਉਹ ਵੋਟ ਬੈਂਕ ਸਿਆਸਤਕਾਰ ਕੋਰ ਕਹਿ ਕੇ ਮੁਸਲਮਾਨਾਂ ਨੂੰ ਯਾਰ ਉਹ ਕਰ ਦਿੱਤੀ ਐਗਜ਼ੈਂਪਸ਼ਨ। ਜੀ ਉਹਦੇ ਬਾਅਦ ਰਾਈਜ਼ ਯੂ ਕੈਨ ਸੀ ਦੈਟ ਦ ਰਾਈਜ਼ ਆਫ ਦ ਬੀਜੇਪੀ ਐਂਡ ਦ ਹਿੰਦੂ ਰਾਈਟ, ਕਿ ਵੀ ਜੀ ਮੁਲਕ ਸਾਡੇ ਦੇ ਵਿੱਚ ਪਹਿਲੇ ਮੁਸਲਮਾਨਾਂ ਨੇ ਮੁਲਕ ਤੋੜਤਾ, ਹੁਣ ਐਕਸੈਪਸ਼ਨਲ ਰਾਈਟਸ ਉਹਨਾਂ ਦੇ ਨੇ। ਵਾਟ ਇਜ਼ ਦਿਸ ਆਲ ਗੋਇੰਗ ਔਨ? ਜੀ 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 ਉੱਥੋਂ ਫਿਰ ਉਹ ਯੂਨੀਫਾਰਮ ਸਿਵਲ ਕੋਡ ਲਿਆ। ਬਾਈ ਦ ਵੇ the uniform civil code is mentioned in your constitution, yes ਇੱਕ ਹੋਏਗੀ। yes yes So it is not something later on, it's in the constitution. yes ਉਹ ਓਕੇ ਉਹਨਾਂ ਨੇ ਕਿਹਾ ਕਿ ਅਸੀਂ ਇੰਪਲੀਮੈਂਟ ਕਰਾਂਗੇ। ਲਿਹਾਜ਼ਾ ਲੈਫਟ ਨੂੰ ਇਹ ਵੀ ਹੁੰਦਾ ਹੈ ਕਿ ਗੱਲ ਭਾਵੇਂ ਪ੍ਰੋਗਰੈਸਿਵ ਕਰ ਰਹੇ ਹੋਣ, ਲੇਕਿਨ ਇੰਟੈਂਸ਼ਨ ਇਹਨਾਂ ਦੀ ਰਾਈਟ ਵਿੰਗ ਹੈਗੀ। ਓਕੇ ਠੀਕ ਬਟ ਆਈ am looking beyond all this and seeing what is good. ਓਕੇ ਚਲੋ ਠੀਕ ਹੈ ਡਾਕਟਰ ਸਾਹਿਬ, ਤੁਸੀਂ ਆਪਣਾ ਟਾਈਮ ਕੱਢ ਕੇ ਆਏ, ਤੁਸੀਂ ਸਾਨੂੰ ਇੱਕ ਇਨਫੋਰਮੇਸ਼ਨ ਦਿੱਤੀ, ਸਪੈਸ਼ਲੀ ਆਰਟੀਕਲ 370 ਤੇ 35A ਤੇ ਉਹਦੇ ਬੈਕਗਰਾਉਂਡ ਬਾਰੇ ਵੀ ਸਾਨੂੰ ਇਨਫੋਰਮੇਸ਼ਨ ਦਿੱਤੀ। ਤੁਹਾਡਾ ਇੱਥੇ ਪ੍ਰੋਗਰਾਮ ਤੇ ਆਉਣ ਦਾ ਬਹੁਤ ਬਹੁਤ ਧੰਨਵਾਦ। ਬੜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਅਮਰਿੰਦਰ। ਟੇਕ ਕੇਅਰ ਆਫ yourself. ਓਕੇ We'll be in touch.